ਉਹ ਸਭ ਅਖਤਿਆਰ ਵਾਲੇ ਕੰਮ ਸਨ। ਆਪਾਂ ਜਿਵੇਂ ਜੇ ਆਪਾਂ ਮਤੀ ਦੀ ਇੰਜੀਲ ਵਿੱਚ ਦੇਖਦੇ ਹਾਂ, ਉਹਦਾ 7 ਤੇ 8 ਅਧਿਆਇ ਉਹਦੀ ਹੈਡਿੰਗ ਇਹ ਹੈ ਕਿ ਮਸੀਹ ਦਾ ਅਖਤਿਆਰ ਵਾਲਾ ਉਪਦੇਸ਼, ਅਤੇ ਦੂਸਰੇ ਦੇ ਮਸੀਹ ਦੇ ਅਖਤਿਆਰ ਵਾਲੇ ਕੰਮ। ਹਾਲੇਲੂਇਆ। ਜੇ ਅਸੀਂ ਉਸ ਦੇ ਅਖਤਿਆਰ ਵਾਲੇ ਉਪਦੇਸ਼ਾਂ ਦੇ ਉੱਪਰ ਚੱਲਦੇ ਹਾਂ, ਜੇ ਅਸੀਂ ਜੋ ਉਹਨੇ ਅਖਤਿਆਰ ਦੇ ਨਾਲ ਸਾਡੀ ਜ਼ਿੰਦਗੀਆਂ ਦੇ ਵਿੱਚ ਉਪਦੇਸ਼ ਦਿੱਤੇ ਹਨ, ਤਾਂ ਅਸੀਂ ਉਸ ਦੇ ਅਖਤਿਆਰ ਵਾਲੇ ਕੰਮਾਂ ਨੂੰ ਵੀ ਜਲਦੀ ਦੇਖਣ ਜਾ ਰਹੇ ਹਾਂ। ਹਾਲੇਲੂਇਆ। ਜੇ ਅਸੀਂ ਉਹਦੇ ਅਖਤਿਆਰ ਵਾਲੇ ਉਪਦੇਸ਼ਾਂ ਦੇ ਉੱਪਰ ਚੱਲਦੇ ਹਾਂ ਅਤੇ ਉਹਦੇ ਅਖਤਿਆਰ ਵਾਲੇ ਕੰਮਾਂ ਨੂੰ ਦੇਖਣ ਦੇ ਲਈ ਤਿਆਰ ਹੋ ਜਾਈਏ। ਮੇਰੇ ਭੈਣੋ ਅਤੇ ਭਰਾਵੋ, ਅੱਜ ਮਸੀਹ ਕਹਿ ਰਿਹਾ ਕਿ ਮੈਂ ਚਾਹੁੰਦਾ ਹਾਂ ਤੂੰ ਸ਼ੁੱਧ ਹੋ ਜਾ। ਮੈਂ ਨਹੀਂ ਚਾਹੁੰਦਾ ਕਿ ਤੂੰ ਆਪਣੀਆਂ ਸਾਰੀਆਂ ਇੰਪਿਓਰਿਟੀਜ਼ ਨੂੰ ਆਪਣੇ ਅੰਦਰ ਲੈ ਕੇ ਉਸ ਤਰ੍ਹਾਂ ਚੱਲਦਾ ਰਹਿ। ਪਰਮੇਸ਼ਵਰ ਦਾ ਆਤਮਾ ਇਹ ਨਹੀਂ ਚਾਹੁੰਦਾ ਕਿ ਸਾਡੇ ਮਨਾਂ ਦੇ ਅੰਦਰ ਕੁਝ ਨਾ ਕੁਝ ਚੱਲਦਾ ਰਹੇ। ਪਰਮੇਸ਼ਵਰ ਦਾ ਆਤਮਾ ਇਹ ਨਹੀਂ ਚਾਹੁੰਦਾ ਕਿ ਅਸੀਂ ਬਾਹਰੋਂ ਤਾਂ ਦਿਖਾ ਰਹੇ ਹਾਂ ਕਿ ਅਸੀਂ ਪਵਿੱਤਰ ਆਤਮਾ ਨਾਲ ਭਰੇ ਹੋਏ ਹਾਂ, ਅਸੀਂ ਕਿ ਪਵਿੱਤਰ ਆਤਮਾ ਦੇ ਅਕੋਰਡਿੰਗ ਚੱਲਦੇ ਹਾਂ, ਪਰ ਸਾਡੇ ਅੰਦਰ ਇੱਕ ਕੋਈ ਅਲੱਗ ਹੀ ਦੌੜ ਲੱਗੀ ਹੋਈ ਹੈ। ਅੱਜ ਪਰਮੇਸ਼ਵਰ ਨੇ ਮੈਨੂੰ ਇਹਨਾਂ ਵਚਨਾਂ ਦੇ ਨਾਲ ਗਾਈਡ ਕੀਤਾ ਅਤੇ ਇਸ ਵਿੱਚੋਂ ਮੈਂ ਤੁਹਾਡੇ ਨਾਲ ਕੁਝ ਸਾਂਝਾ ਕਰਾਂਗਾ ਜਿਸ ਤਰ੍ਹਾਂ ਪਰਮੇਸ਼ਵਰ ਦਾ ਆਤਮਾ ਚਾਹੇ। ਆਪਾਂ ਦੇਖਦੇ ਹਾਂ ਮਤੀ ਉਹਦੀ 7 ਦੀ 3-4 ਆਇਤਾਂ ਪੜ੍ਹਦੇ ਹਾਂ। ਅਤੇ ਤੂੰ ਉਸ ਕੱਖ ਨੂੰ ਜਿਹੜਾ ਤੇਰੇ ਭਾਈ ਦੀ ਅੱਖ ਵਿੱਚ ਹੈ ਕਿਉਂ ਵੇਖਦਾ ਹੈ, ਪਰ ਉਹ ਸ਼ਤੀਰ ਦੀ ਵੱਲ ਜੋ ਤੇਰੀ ਆਪਣੀ ਅੱਖ ਵਿੱਚ ਹੈ ਧਿਆਨ ਨਹੀਂ ਦਿੰਦਾ। ਅਥਵਾ ਕੀਕਰ ਤੂੰ ਆਪਣੇ ਭਾਈ ਨੂੰ ਆਖੇਗਾ, ਲਿਆ ਤੇਰੀ ਅੱਖ ਵਿੱਚੋਂ ਕੱਖ ਕੱਢ ਸੁੱਟਾਂ, ਤੇ ਵੇਖ ਤੇਰੀ ਆਪਣੀ ਅੱਖ ਵਿੱਚ ਸ਼ਤੀਰ ਹੈ। ਇਸ ਦੇ ਵਿੱਚ ਗੱਲ ਕੀਤੀ ਜਾ ਰਹੀ ਸੀਗੀ ਦੋਸ਼ ਨਾ ਲਗਾਉਣ ਬਾਰੇ, ਕਿ ਦੋਸ਼ ਨਾ ਲਾਓ ਜਦ ਤਾਂ ਜੋ ਤੁਹਾਡੇ 'ਤੇ ਦੋਸ਼ ਨਾ ਲਾਇਆ ਜਾਵੇ। ਪਰ ਇਸ ਵਿੱਚ ਅੱਜ ਮੈਨੂੰ ਪਰਮੇਸ਼ਰ ਨੇ ਕੁਝ ਹੋਰ ਤਰੀਕੇ ਨਾਲ ਸਿਖਾਇਆ ਕਿ ਸਮਟਾਈਮਸ ਲਾਈਕ ਬੀਇੰਗ ਅ ਕ੍ਰਿਸਚੀਅਨ, ਆਪਾਂ ਆਪਣੇ ਆਪ ਨੂੰ ਮਸੀਹੀ ਆਖਦੇ ਹਾਂ, ਮਸੀਹੀ ਕਹਿੰਦੇ ਹਾਂ, ਅਤੇ ਆਪਾਂ ਜੋ ਇੱਕ ਢਾਂਚਾ ਸਾਡੇ ਲਈ ਤਿਆਰ ਕਰ ਦਿੱਤਾ ਗਿਆ, ਜੋ ਦੁਨਿਆਵੀ ਤੌਰ 'ਤੇ ਸਾਡੇ ਲਈ ਇੱਕ ਕਹਿ ਲਓ ਕਿ ਸਾਂਚਾ ਹੈ ਨਾ, ਉਹਦੇ ਵਿੱਚ ਆਪਾਂ ਆਪਣੇ ਆਪ ਨੂੰ ਢਾਲਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ। ਆਪਾਂ ਸੋਚਦੇ ਹਾਂ ਕਿ ਦਿਸ ਇਜ਼ ਹਾਊ ਐਨ ਆਈਡੀਅਲ ਕ੍ਰਿਸਚਨ ਸ਼ੁੱਡ ਬੀ। ਅਸੀਂ ਮਸੀਹੀ ਲੋਕ ਇਸ ਤਰ੍ਹਾਂ ਹੋਣੇ ਚਾਹੀਦੇ, ਅਤੇ ਸਾਨੂੰ ਇਸ ਤਰ੍ਹਾਂ ਕਰਾਂਗੇ ਤਾਂ ਸਾਡਾ ਮਸੀਹੀ ਹੋਣਾ ਹੋਰ ਉੱਭਰ ਕੇ ਬਾਹਰ ਆਊਗਾ। ਯੂ ਗੈਟਿੰਗ ਮਾਈ ਪੁਆਇੰਟ? ਆਪਾਂ ਉਸਦੇ ਇਖਤਿਆਰ ਵਾਲੇ ਉਪਦੇਸ਼ਾਂ ਨੂੰ ਤਾਂ ਜਾਣ ਲੈਂਦੇ ਹਾਂ ਕਿ ਲਿਖਿਆ ਕਿ ਦੋਸ਼ ਨਾ ਲਾਓ ਤਾਂ ਤੁਹਾਡੇ 'ਤੇ ਦੋਸ਼ ਨਾ ਲਾਇਆ ਜਾਵੇ, ਪਰ ਅਸੀਂ ਕਈ ਵਾਰੀ ਆਪਣੀਆਂ ਅੰਦਰਲੀਆਂ ਜ਼ਿੰਦਗੀਆਂ ਦੇ ਵਿੱਚ ਜਿਹੜੀ ਕਿ ਸਿਰਫ ਸਾਡੇ ਆਪਣੇ ਆਪ ਦੇ ਵਿੱਚ ਇੱਕ ਲੜਾਈ ਲੱਗੀ ਹੋਈ ਹੈ, there's always something going within you all, ਕਿ ਆਪਾਂ ਕਈ ਵਾਰੀ ਉਹ ਚੀਜ਼ਾਂ ਕਿਸੇ ਹੋਰ ਦੇ ਨਾਲ ਸਾਂਝੀਆਂ ਨਹੀਂ ਕਰਦੇ, ਪਰ ਸਾਡੇ ਜੀਵਨਾਂ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਚੱਲਦੀਆਂ ਰਹਿੰਦੀਆਂ ਹਨ। ਸਾਡੇ ਅੰਦਰ ਇੱਕ ਦਿਨ ਦੀ ਦੌੜ ਲੱਗੀ ਰਹਿੰਦੀ ਹੈ ਕਿ that makes us impure, that makes us something not worthy, ਕਿ ਸਾਨੂੰ ਜੋ ਪਰਮੇਸ਼ਵਰ ਦੇ ਵਿੱਚ ਹੋ ਕੇ ਹੋਣਾ ਚਾਹੀਦਾ ਹੈ, ਸਾਨੂੰ ਉਹ ਇੱਕ ਚੀਜ਼ ਹੈ ਜੋ ਉਹ ਸਾਨੂੰ ਇੰਪਿਓਰ ਬਣਾ ਦਿੰਦੀ ਹੈ। ਜਿਵੇਂ ਕਿ ਲਿਖਿਆ ਕਿ ਅਸੀਂ ਦੂਸਰਿਆਂ ਵੱਲ ਤਾਂ ਦੇਖ ਲੈਂਦੇ ਕਿ ਉਹ ਇੱਦਾਂ ਹੈ, ਉਹ ਇੱਦਾਂ, ਪਰ ਅਸੀਂ ਆਪਣੇ ਆਪ ਨੂੰ ਆਪਣੇ ਆਪ ਤੋਂ ਬਿਹਤਰ ਨਹੀਂ ਜਾਣ ਪਾਉਂਦੇ। ਥਿੰਕ ਅਬਾਊਟ ਯੂਰ ਇੰਪਿਓਰਿਟੀਜ਼, ਕਿ ਸਾਡੇ ਅੰਦਰ ਵੀ ਕੋਈ ਅੱਜ ਕੁਝ ਇਹੋ ਜਿਹੀ ਚੀਜ਼ ਹੈ, ਕੋਈ ਗੱਲ ਜਿਹੜੀ ਸਾਨੂੰ ਬੋਦਰ ਕਰਦੀ ਆ। ਜੇਕਰ ਅਸੀਂ ਸੋਚਦੇ ਵੀ ਹਾਂ ਤਾਂ ਸਾਨੂੰ ਬਹੁਤ ਰਿਗਰੈਟ ਹੁੰਦਾ। ਵੀ ਫੀਲ embarrassed after thinking about that stuff that's within our life। ਤਾਂ ਮੇਰੇ ਭੈਣੋ ਦੇ ਭਰਾਵੋ, ਅੱਜ ਪਰਮੇਸ਼ਵਰ ਕਹਿ ਰਿਹਾ, ਮੈਂ ਚਾਹੁੰਦਾ ਹਾਂ ਤੂੰ ਸ਼ੁੱਧ ਹੋ ਜਾ, ਮੈਂ ਚਾਹੁੰਦਾ ਹਾਂ ਤੂੰ ਸ਼ੁੱਧ ਹੋ ਜਾ, ਮੈਂ ਚਾਹੁੰਦਾ ਹਾਂ ਤੂੰ ਸ਼ੁੱਧ ਹੋ ਜਾ। ਅਸੀਂ ਇਹਨਾਂ ਚੀਜ਼ਾਂ ਨੂੰ, ਇਹਨਾਂ ਇੰਪਿਓਰਿਟੀਜ਼ ਨੂੰ ਅੰਦਰ ਲੈ ਕੇ ਨਹੀਂ ਜਿਉਣਾ। ਪਰਮੇਸ਼ਵਰ ਨੇ ਸਾਨੂੰ ਇਹੋ ਜਿਹਾ ਆਤਮਾ ਨਹੀਂ ਦਿੱਤਾ। ਪਰਮੇਸ਼ਵਰ ਨੇ ਸਾਨੂੰ ਗੁਲਾਮੀ ਦੀ ਰੂਹ ਨਹੀਂ ਦਿੱਤੀ। ਅਸੀਂ ਆਜ਼ਾਦ ਕੀਤੇ ਗਏ ਹਾਂ। ਇਹੋ ਜਿਹੀਆਂ ਇੰਪਿਓਰਿਟੀਜ਼ ਨੂੰ ਲੈ ਕੇ ਆਪਾਂ ਅੰਦਰ ਨਹੀਂ ਜਿਉਣਾ। ਇਹੋ ਜਿਹੀਆਂ ਚੀਜ਼ਾਂ ਜੋ ਸਾਨੂੰ ਇੰਬੈਰੈਂਸ ਫੀਲ ਕਰਵਾਉਂਦੀਆਂ ਆ, ਜਿਵੇਂ ਕਿ ਜਦੋਂ ਆਪਾਂ ਕੁਝ ਵੀ ਇਹੋ ਜਿਹਾ ਸੋਚਦੇ ਹਾਂ ਅਤੇ ਸਾਨੂੰ ਇੱਦਾਂ ਫੀਲ ਹੁੰਦਾ ਕਿ ਨੋ ਆਈ ਸ਼ੁਡਨਟ ਬੀ ਥਿੰਕਿੰਗ ਅਬਾਊਟ ਦਿਸ, ਪਰ ਸ਼ੈਤਾਨ ਸਾਨੂੰ ਜਦੋਂ ਵੀ ਉਹ ਖਿਆਲ ਸਾਡੇ ਦਿਮਾਗ ਵਿੱਚ ਆਉਂਦਾ, ਪਰ ਦੈਨ ਵੀ ਫੀਲ ਲਾਈਕ ਦੇਰ ਇਜ਼ ਸਮਥਿੰਗ ਵਿਦਨ ਅਸ ਦੈਟਸ ਬੋਦਰਿੰਗ ਅਸ ਆਲ ਦਾ ਟਾਈਮ। ਇਹੋ ਜਿਹੀ ਚੀਜ਼, ਜਸਟ ਫੋਰ ਐਗਜ਼ਾਮਪਲ, ਜੇ ਤੁਸੀਂ ਕਹਿ ਲਓ ਕਿ ਮੰਨ ਲਓ ਕਿ ਤੁਸੀਂ ਕੋਈ ਇਹੋ ਜਿਹਾ ਕੰਮ ਕੀਤਾ ਹੋਇਆ ਜਿਹਨੂੰ ਤੁਹਾਨੂੰ ਦੱਸਦੇ ਵੀ ਸ਼ਰਮ ਆਉਂਦੀ ਆ, ਜਿਹਦੇ ਬਾਰੇ ਤੁਹਾਨੂੰ ਯਾਦ ਕਰਦੇ ਵਕਤ ਵੀ ਸ਼ਰਮ ਆਉਂਦੀ ਆ। ਉਹੋ ਜਿਹੀਆਂ ਗੱਲਾਂ ਤੋਂ ਪਰਮੇਸ਼ਰ ਤੁਹਾਨੂੰ ਅੱਜ ਸ਼ੁੱਧ ਕਰਨਾ ਚਾਹੁੰਦਾ। ਉਹੋ ਜਿਹੇ ਵਿਚਾਰਾਂ ਤੋਂ, ਉਹੋ ਜਿਹੇ ਮਨਾਂ ਤੋਂ ਪਰਮੇਸ਼ਰ ਤੁਹਾਨੂੰ ਸ਼ੁੱਧ ਕਰਨਾ ਚਾਹੁੰਦਾ।
ਮਸੀਹੀਅਤ ਇਹ ਨਹੀਂ ਹੈ ਕਿ ਤੁਸੀਂ ਪਾਪ ਵਿੱਚ ਜਿਉਂਦੇ ਰਹੋ। ਮਸੀਹੀਅਤ ਇਹ ਨਹੀਂ ਹੈ ਕਿ ਤੁਸੀਂ ਪਾਪ ਦੇ ਵਿੱਚ ਡੁੱਬੇ ਰਹੋ। ਮਸੀਹੀਅਤ ਇਹ ਹੈ ਕਿ ਤੁਸੀਂ ਪਾਪ ਤੋਂ ਆਜ਼ਾਦ ਕੀਤੇ ਗਏ ਹੋ। ਤੁਸੀਂ ਆਜ਼ਾਦੀ ਲਈ ਬੁਲਾਏ ਗਏ ਹੋ, ਤੁਸੀਂ ਗੁਲਾਮੀ ਲਈ ਨਹੀਂ ਬੁਲਾਏ ਗਏ। ਤੁਹਾਡਾ ਭਾਰ ਚੁੱਕਣ ਲਈ ਸਾਡਾ ਜ਼ਿੰਦਾ ਖੁਦਾ ਪਰਮੇਸ਼ਰ ਹੈ। You don't need to carry your burdens on your own. ਅਸੀਂ ਗੁਲਾਮ ਨਹੀਂ ਹਾਂ। ਜਿਵੇਂ ਕਿ ਇਹਦੇ ਵਿੱਚ ਇੱਕ ਵਾਕਿਆ ਹੁੰਦਾ, ਜਦੋਂ ਮਤੀ ਉਹਦੀ 8 ਦੇ ਵਿੱਚ ਜਦੋਂ ਉਹ ਕਫਰਨਹੂਮ ਵਿੱਚ ਵੜਿਆ ਤਾਂ ਇੱਕ ਸੂਬੇਦਾਰ ਉਸ ਕੋਲ ਆਇਆ ਤੇ ਉਸਨੇ ਮਿੰਨਤ ਕਰਕੇ ਕਿਹਾ, ਪ੍ਰਭੂ ਜੀ ਮੇਰਾ ਨੌਕਰ ਝੋਲੇ ਦਾ ਮਾਰਿਆ ਘਰ ਵਿੱਚ ਵੱਡਾ ਦੁਖੀ ਪਿਆ ਹੈ। ਉਹਦਾ ਨੌਕਰ ਦੁਖੀ ਪਿਆ ਸੀ ਤਾਂ ਉਹ ਪ੍ਰਭੂ ਜੀ ਨੂੰ ਕਹਿੰਦਾ ਕਿ ਪ੍ਰਭੂ ਜੀ ਮੈਂ ਇਸ ਗੱਲ ਦੇ ਮੈਂ ਯੋਗ ਨਹੀਂ ਸਮਝਦਾ ਕਿ ਤੂੰ ਮੇਰੀ ਛੱਤ ਦੇ ਹੇਠਾਂ ਵੀ ਆਵੇ। ਕਈ ਵਾਰੀ ਅਸੀਂ ਵੀ ਆਪਣੇ ਆਪ ਦੇ ਵਿੱਚ ਬਿਮਾਰ ਪੈ ਜਾਂਦੇ ਹਾਂ। ਅਸੀਂ ਵੀ ਆਪਣੇ ਆਪ ਨੂੰ ਆਪਣੀਆਂ ਸੋਚਾਂ ਦੇ ਵਿੱਚ ਬਿਮਾਰ ਪੈ ਜਾਂਦੇ ਹਾਂ। ਸ਼ੈਤਾਨ ਸਾਨੂੰ ਇੰਨਾ ਕੁ ਬਿਮਾਰ ਲਾਚਾਰ ਬਣਾ ਦਿੰਦਾ ਕਿ ਅਸੀਂ ਇਹ ਸੋਚਦੇ ਹਾਂ ਕਿ ਅਸੀਂ ਇਸ ਯੋਗ ਵੀ ਨਹੀਂ ਹੈਗੇ ਅਸੀਂ ਪਰਮੇਸ਼ਰ ਦੇ ਅੱਗੇ ਇਹ ਗੱਲਾਂ ਨੂੰ ਖੁੱਲ੍ਹ ਕੇ ਦੱਸ ਸਕੀਏ। ਅਸੀਂ ਇਸ ਯੋਗ ਵੀ ਨਹੀਂ ਹੈਗੇ ਕਿ ਜੋ ਚੀਜ਼ਾਂ ਸਾਨੂੰ ਬੌਦਰ ਕਰਦੀਆਂ, ਜੋ ਚੀਜ਼ਾਂ ਸਾਨੂੰ ਹਰ ਪਲ ਜੋ ਸਾਨੂੰ ਇੱਕ ਤਰ੍ਹਾਂ ਕਹਿੰਦੇ ਨੇ ਕਿ ਬੰਦੇ ਦੇ ਅੰਦਰ ਇੱਕ ਦੌੜ ਜਿਹੀ ਲੱਗੀ ਹੈ ਨਾ ਕਿ ਸਮਥਿੰਗਸ ਗੋਇੰਗ ਔਨ ਕਿ ਮੇਰਾ ਕਰੀਅਰ ਸੈੱਟ ਨਹੀਂ ਹੋ ਰਿਹਾ, ਮੇਰਾ I should have done this, something that you are regretting about ਕਿ ਮੈਂ ਅਗਰ ਇਹ ਕੀਤਾ ਹੁੰਦਾ ਤੇ ਮੈਂ ਅੱਜ ਇਸ ਥਾਂ ਤੇ ਹੁੰਦਾ, ਜੇ ਮੈਂ ਅੱਜ ਆਹ ਗੱਲ ਨਾ ਕੀਤੀ ਹੁੰਦੀ ਤਾਂ ਮੈਂ ਇੱਥੇ ਹੁੰਦਾ, ਕਾਸ਼ ਮੈਂ ਆਹ ਪੜ੍ਹਾਈ ਕੀਤੀ ਹੁੰਦੀ। That ਕਾਸ਼ thing that's bothering you all the time, you need to get rid of that. ਪ੍ਰਭੂ ਜੀ ਚਾਹੁੰਦੇ ਹਨ ਕਿ ਤੁਸੀਂ ਸ਼ੁੱਧ ਹੋ ਜਾਓ। Those all kind of impurities, you don't need to carry them along with you. ਸੋ ਸੂਬੇਦਾਰ ਨੇ ਕਿਹਾ ਕਿ ਪ੍ਰਭੂ ਜੀ ਮੈਂ ਆਪਣੇ ਆਪ ਨੂੰ ਇਹ ਯੋਗ ਨਹੀਂ ਸਮਝਦਾ ਕਿ ਤੂੰ ਮੇਰੀ ਛੱਤ ਦੇ ਹੇਠ ਆਵੇਂ। ਅਸੀਂ ਵੀ ਕਈ ਵਾਰੀ ਇਸ ਯੋਗ ਨਹੀਂ ਸਮਝਦੇ, ਆਪਣੇ ਆਪ ਨੂੰ ਇਸ ਯੋਗ ਨਹੀਂ ਸਮਝਦੇ ਕਿ ਪ੍ਰਭੂ ਜੀ ਦੀ ਸ਼ਰਨ ਦੇ ਵਿੱਚ ਅਸੀਂ ਆ ਜਾਈਏ। We feel so impure that purity couldn't be matched within us. ਪਰ ਉਹਨੇ ਕੀ ਕਿਹਾ ਕਿ ਪਰ ਨਿਰਾ ਬਚਨ ਹੀ ਕਰ ਤਾਂ ਮੇਰਾ ਨੌਕਰ ਚੰਗਾ ਹੋ ਜਾਊ। ਹਾਲੇਲੂਇਆ। ਪਰਮੇਸ਼ਰ ਦੇ ਵਚਨ ਦਾ ਹੋਣਾ ਹੀ ਸਾਡੇ ਜੀਵਨ ਦੇ ਵਿੱਚ ਇੰਨੀ ਅਹਿਮੀਅਤ ਰੱਖਦਾ ਹੈ ਕਿ ਸਾਡੀ ਆਤਮਾ ਨੂੰ, ਸਾਡੇ ਜੀਵਨਾਂ ਨੂੰ ਚੰਗਾ ਕਰ ਸਕਦਾ ਹੈ। ਸਾਡੀ ਰੂਟੀਨ ਹੋਵੇ ਕਿ ਅਸੀਂ ਪਰਮੇਸ਼ਰ ਦੇ ਨਾਲ ਹਰ ਰੋਜ਼ ਵਾਰਤਾਲਾਪ ਕਰੀਏ, ਹਰ ਪਲ ਵਾਰਤਾਲਾਪ ਕਰੀਏ, ਸਾਡੇ ਦਿਲੋਂ ਦਿਮਾਗ ਦੇ ਵਿੱਚ ਪਰਮੇਸ਼ਰ ਦੇ ਨਾਲ ਉਹ ਗੱਲਾਂ ਚੱਲਦੀਆਂ ਰਹਿਣ। ਕਿਉਂਕਿ ਪਰਮੇਸ਼ਰ ਦਾ ਵਚਨ ਦੱਸਦਾ ਕਿ ਜਦੋਂ ਆਪਾਂ ਪਰਮੇਸ਼ਰ ਨੂੰ ਆਪਣਾ ਆਪ ਪੂਰੀ ਤਰ੍ਹਾਂ ਸਮਰਪਿਤ ਕਰ ਦਿੰਦੇ ਹਾਂ ਤਾਂ ਪਰਮੇਸ਼ਰ ਸਾਨੂੰ ਪੂਰੀ ਤਰ੍ਹਾਂ ਸ਼ੁੱਧ ਕਰਨ ਦੀ ਸਾਮਰਥ ਰੱਖਦਾ। ਜਿਵੇਂ ਕਿ ਇੱਥੇ ਲਿਖਿਆ ਕਿ ਜਾਂ ਉਹ ਪਹਾੜ ਉਤਰਿਆ ਤਾਂ ਵੱਡੀ ਭੀੜ ਉਹਦੇ ਮਗਰ ਲੱਗ ਪਈ ਤੇ ਵੇਖੋ ਇੱਕ ਕੋੜੀ ਨੇ ਕੋਲ ਆਣ ਕੇ ਉਸ ਅੱਗੇ ਮੱਥਾ ਟੇਕਿਆ ਤੇ ਕਿਹਾ, ਪ੍ਰਭੂ ਜੀ ਜੇ ਤੂੰ ਚਾਹੇ ਤਾਂ ਮੈਨੂੰ ਸ਼ੁੱਧ ਕਰ ਸਕਦਾ ਹੈ। ਇਸ ਵਿੱਚ ਜਿਹੜੀ ਗੱਲ ਕੀਤੀ ਜਾ ਰਹੀ ਹੈ ਉਹ ਕੋੜ ਦੀ ਗੱਲ ਕੀਤੀ ਜਾ ਰਹੀ ਹੈ। ਉਹ that's kind of a physical sickness. Sometimes you could be emotionally sick. ਤੁਹਾਡੇ ਜੀਵਨਾਂ ਦੇ ਅੰਦਰ ਇੱਕ ਤਰ੍ਹਾਂ ਦਾ ਇਹੋ ਜਿਹਾ ਕੋੜ ਲੱਗਿਆ ਹੋਇਆ, ਇੱਕ ਤਰ੍ਹਾਂ ਦੀ ਇੱਕ ਟੈਨਸ਼ਨ, ਇੱਕ ਤਰ੍ਹਾਂ ਦਾ ਇੱਕ ਵਿਚਾਰਧਾਰਾ ਜੋ ਤੁਹਾਡੇ ਮਨਾਂ ਦੇ ਅੰਦਰ ਚੱਲਦੀ ਆ ਰਹੀ ਹੈ। Oh God, what's gonna happen now? ਕਿ ਸਾਡੇ ਜੀਵਨਾਂ ਦੇ ਵਿੱਚ ਕੀ ਹੋਊਗਾ ਜੇ ਏਦਾਂ ਹੋ ਗਿਆ ਤਾਂ ਕੀ ਹੋਊਗਾ। Remind yourself ਕਿ ਅਸੀਂ ਅੱਜ ਆਪਣੇ ਕੋਡ ਨੂੰ ਪਰਮੇਸ਼ਰ ਦੇ ਅੱਗੇ ਲੈ ਕੇ ਆਉਣਾ। ਹਰ ਉਸ ਚੀਜ਼ ਨੂੰ ਜੋ ਸਾਡੇ ਮਨਾਂ ਦੇ ਉੱਪਰ ਬੋਝ ਬਣੀ ਹੋਈ ਹੈ, ਹਰ ਉਸ ਆਫਤ ਨੂੰ, ਹਰ ਉਸ ਮੁਸੀਬਤ ਨੂੰ, not only physical, could be emotionally, could be mentally, anything ਜੋ ਤੁਹਾਨੂੰ ਬੌਦਰ ਕਰਦੀ, ਹਰ ਉਹ ਚੀਜ਼ ਜੋ ਤੁਹਾਨੂੰ ਬੌਦਰ ਕਰਦੀ ਆ, ਉਸ ਕੋਡ ਨੂੰ ਪਰਮੇਸ਼ਰ ਦੇ ਕੋਲ ਲੈ ਕੇ ਆਓ। ਕੋੜੀ ਨੇ ਕੋਲ ਆਣ ਕੇ ਉਸ ਅੱਗੇ ਮੱਥਾ ਟੇਕਿਆ ਤੇ ਕਿਹਾ, ਪ੍ਰਭੂ ਜੀ ਜੇ ਤੂੰ ਚਾਹੇ ਤਾਂ ਮੈਨੂੰ ਸ਼ੁੱਧ ਕਰ ਸਕਦਾ ਹੈ। ਤਾਂ ਉਸਨੇ ਹੱਥ ਲੰਮਾ ਕਰਕੇ ਉਹਨੂੰ ਛੂਹਿਆ। Then Lord is saying to you, ਅਤੇ ਆਖਿਆ ਮੈਂ ਚਾਹੁੰਦਾ ਹਾਂ ਤੂੰ ਸ਼ੁੱਧ ਹੋ ਜਾ। ਅੱਜ ਪ੍ਰਭੂ ਜੀ ਚਾਹੁੰਦੇ ਹਨ ਕਿ ਤੁਸੀਂ ਇਸ ਕੋੜ ਤੋਂ ਸ਼ੁੱਧ ਹੋ ਜਾਓ। ਹਾਲੇਲੂਇਆ। ਜਦੋਂ ਅਸੀਂ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਆਉਂਦੇ ਹਾਂ, ਜਦੋਂ ਅਸੀਂ ਉਹ ਕੰਮ ਕਰਦੇ ਹਾਂ ਜੋ ਪਰਮੇਸ਼ਰ ਸਾਨੂੰ ਤੋਂ ਚਾਹੁੰਦੇ ਹਨ, ਤਾਂ ਪਰਮੇਸ਼ਰ ਦਾ ਬਚਾਓ ਹਰ ਤਰਫ, ਹਰ ਵੇਲੇ
ਸਾਡੇ ਲਈ ਹੁੰਦਾ ਹੈ। ਹਾਲੇਲੂਇਆ। ਆਪਾਂ ਦੇਖਦੇ ਹਾਂ ਜਦੋਂ ਯੂਨਾਨ ਨੂੰ ਕੁਝ ਕਿਹਾ ਗਿਆ, ਬੇੜੀ ਗੋਤੇ ਖਾਣ ਲੱਗੀ ਤਾਂ ਉਹਨਾਂ ਨੇ ਯੂਨਾਨ ਨੂੰ ਚੁੱਕ ਕੇ ਪਾਣੀ ਦੇ ਵਿੱਚ ਸੁੱਟ ਦਿੱਤਾ, ਸਮੁੰਦਰ ਦੇ ਵਿੱਚ ਸੁੱਟ ਦਿੱਤਾ। ਇੱਕ ਵੱਡੀ ਮੱਛੀ ਠਹਿਰਾਈ ਗਈ ਜਿਸ ਦੇ ਵਿੱਚ ਯੂਨਾਨ ਰਿਹਾ। That time he realized his impurities. ਉਸਨੇ ਸੁੱਖਿਆ ਸੀ, ਉਹ ਪੂਰਾ ਕੀਤਾ ਤੇ ਉਹਨੂੰ ਪਤਾ ਸੀ ਕਿ ਬਚਾਓ ਪਰਮੇਸ਼ਰ ਯਹੋਵਾ ਵੱਲੋਂ ਹੀ ਹੈ। ਇਸੇ ਤਰ੍ਹਾਂ ਸਾਡੀ ਜ਼ਿੰਦਗੀਆਂ ਦੇ ਵਿੱਚ ਵੀ ਜੋ ਸਾਡੀਆਂ ਇੰਪਿਉਰਿਟੀਜ਼ ਆ ਉਹਨੂੰ ਸ਼ੁੱਧ ਕਰਨ ਦਾ ਹੱਕ ਪ੍ਰਭੂ ਰੱਖਦਾ ਹੈ। ਉਹ ਅੱਜ ਚਾਹੁੰਦਾ ਹੈ ਕਿ ਅਸੀਂ ਸ਼ੁੱਧ ਹੋ ਜਾਈਏ। ਅਸੀਂ ਦੇਖਦੇ ਹਾਂ ਬਿਗਨਿੰਗ ਦੇ ਵਿੱਚ ਵੀ ਜਦੋਂ ਪਰਮੇਸ਼ਰ ਨੇ ਇਸ ਧਰਤੀ ਦੀ ਸਿਰਜਣਾ ਕੀਤੀ, ਉਸਨੇ ਉਹਨਾਂ ਨੂੰ ਉਤਪਤ ਕੀਤਾ। ਪਰਮੇਸ਼ਰ ਨੇ ਉਹਨਾਂ ਨੂੰ ਅਸੀਸ ਦਿੱਤੀ ਅਤੇ ਪਰਮੇਸ਼ਰ ਉਹਨਾਂ ਨੂੰ ਆਖਿਆ ਤੇ ਕਿਹਾ ਕਿ ਫਲੋ ਅਤੇ ਵਧੋ ਤੇ ਧਰਤੀ ਨੂੰ ਭਰ ਦਿਓ ਤੇ ਉਹਨੂੰ ਆਪਣੇ ਵਸ ਵਿੱਚ ਕਰੋ ਤੇ ਸਮੁੰਦਰ ਦੀਆਂ ਮੱਛੀਆਂ ਉੱਤੇ ਆਕਾਸ਼ ਦੀਆਂ ਪੰਛੀਆਂ ਉੱਤੇ ਅਤੇ ਸਾਰੇ ਧਰਤੀ ਪਰ ਕਿਸਰਨ ਵਾਲਿਆਂ ਜੀਆਂ ਉੱਤੇ ਰਾਜ ਕਰੋ। ਇਸੇ ਤਰ੍ਹਾਂ ਜਿਸ ਤਰ੍ਹਾਂ ਪਰਮੇਸ਼ਰ ਨੇ ਉਸ ਸਮੇਂ ਸਾਨੂੰ ਇੱਕ ਕੁਝ ਅਧਿਕਾਰ ਦਿੱਤੇ ਸੀ, ਸਾਰੀ ਪ੍ਰਿਥਵੀ ਦੇ ਉੱਤੇ ਸਾਨੂੰ ਅਧਿਕਾਰ ਦਿੱਤਾ। ਇਟ ਵਾਜ਼ਨਟ ਜਸਟ ਅਬਾਊਟ ਦਾ ਫਿਜ਼ੀਕਲ ਥਿੰਗਸ, ਇਟ ਵਾਜ਼ਨਟ ਜਸਟ ਅਬਾਊਟ ਦਾ ਕਿ ਆਕਾਸ਼, ਧਰਤੀ, ਮੱਛੀ, ਪੰਛੀ। He gave us authority over each and everything. ਜਦ ਤੱਕ ਸਾਡਾ ਪਰਮੇਸ਼ਰ ਦੇ ਨਾਲ ਰਿਸ਼ਤਾ ਬਣਿਆ ਹੋਇਆ ਹੈ, we have authority over evil. We have authority over impurities. ਅਸੀਂ ਇਹਨਾਂ ਸਭ ਚੀਜ਼ਾਂ ਨੂੰ ਆਪਣੇ ਜ਼ਿੰਦਗੀਆਂ ਦੇ ਵਿੱਚ ਘਰ ਨਾ ਕਰਨ ਦਈਏ। ਉਹਨਾਂ ਚੀਜ਼ਾਂ ਨੂੰ ਜੋ ਸਾਨੂੰ ਬੋਦਰ ਕਰ ਰਹੀਆਂ ਹਨ, ਉਹਨਾਂ ਨੂੰ ਆਪਣੇ ਉੱਪਰ ਘਰ ਨਾ ਕਰਨ ਦਈਏ। ਪਰਮੇਸ਼ਰ ਦੇ ਕੋਲ ਆਈਏ। ਅੱਜ ਪਰਮੇਸ਼ਰ ਚਾਹੁੰਦਾ ਹੈ ਕਿ ਤੁਸੀਂ ਸ਼ੁੱਧ ਹੋ ਜਾਓ। ਆਪਣੇ ਕੋੜ ਨੂੰ ਪਰਮੇਸ਼ਰ ਦੇ ਕੋਲ ਲੈ ਕੇ ਆਈਏ। ਯਾਦ ਰੱਖੀਏ ਕਿ ਪਰਮੇਸ਼ਰ ਨੇ ਸਾਨੂੰ ਇਹਨਾਂ ਚੀਜ਼ਾਂ ਉੱਪਰ ਅਧਿਕਾਰ ਦਿੱਤਾ ਹੈ, ਨਾ ਕਿ ਇਹਨਾਂ ਚੀਜ਼ਾਂ ਦਾ ਸਾਡੇ ਜੀਵਨਾਂ ਦੇ ਉੱਤੇ ਅਧਿਕਾਰ ਹੈ। ਇਹਨਾਂ ਨੂੰ ਆਪਾਂ ਆਪਣੇ ਪੈਰਾਂ ਥੱਲੇ ਰੱਖੀਏ ਤੇ ਆਪਣੀ ਜ਼ਿੰਦਗੀਆਂ ਵਿੱਚੋਂ ਕੱਢ ਦਈਏ। ਹਾਲੇਲੂਇਆ। ਗੋਡ ਬਲੈਸ ਯੂ ਆਲ।